ਪਿਆਰੇ ਭੈਣੋ ਤੇ ਭਾਈਓ, ਜੈ ਮਸੀਹ ਦੀ ਸਤਿ ਸ੍ਰੀ ਅਕਾਲ। ਪਿਆਰੇ ਭੈਣੋ ਭਾਈਓ, ਮੈਂ ਅੱਜ ਤੁਹਾਡੇ ਨਾਲ ਬਾਈਬਲ ਦੀ ਭਵਿੱਖਬਾਣੀ ਸਾਂਝੀ ਕਰਨੀ ਚਾਹੁੰਦਾ ਹਾਂ। ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਉਹ ਭਵਿੱਖਬਾਣੀ ਸਾਂਝੀ ਕਰਾਂ, ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਬਾਈਬਲ ਦੇ ਵਿੱਚ ਬਹੁਤ ਸਾਰੀਆਂ ਭਵਿੱਖਬਾਣੀਆਂ ਹਨ ਜੋ ਹਜ਼ਾਰਾਂ ਸਾਲ ਪਹਿਲਾਂ ਲਿਖੀਆਂ ਗਈਆਂ ਬਾਈਬਲ ਦੇ ਵਿੱਚ ਦਰਜ ਹਨ। ਉਹ ਇੱਕ ਇੱਕ ਕਰਕੇ ਸਾਰੀਆਂ ਪੂਰੀਆਂ ਹੋਈਆਂ ਹਨ, ਸਾਰੀਆਂ ਪੂਰੀਆਂ ਹੋਈਆਂ ਹਨ। ਅਤੇ ਕੁਛ ਭਵਿੱਖਬਾਣੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੀਆਂ ਹੋਣ ਵਾਲੀਆਂ ਹਨ। ਪਿਆਰਿਓ, ਬਾਈਬਲ ਦੇ ਵਿੱਚ ਇੱਕ ਭਵਿੱਖਬਾਣੀ ਹੈ ਕਿ ਮਸੀਹ ਵਿਰੋਧੀ ਜਿਹੜਾ ਹੈ ਉਹ ਜਗਤ ਵਿੱਚ ਆਏਗਾ। ਇੱਕ ਇਨਸਾਨ, ਇੱਕ ਐਸਾ ਬੰਦਾ ਉੱਠੇਗਾ, ਰਾਜਾ ਉੱਠੇਗਾ, ਉਹ ਸਾਰੇ ਸੰਸਾਰ ਦੇ ਉੱਤੇ ਉਹਦਾ ਹੀ ਰਾਜ ਹੋਏਗਾ। ਇਹਦੀ ਤਿਆਰੀ ਅੱਜ ਕੱਲ੍ਹ ਬਹੁਤ ਹੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਹਿ ਰਹੇ ਹਨ ਕਿ ਇੱਕੋ ਹੀ ਰਿਲੀਜਨ ਹੋਣਾ ਚਾਹੀਦਾ ਹੈ ਧਰਤੀ ਉੱਤੇ, ਸੰਸਾਰ ਦੇ ਉੱਤੇ ਇੱਕੋ ਹੀ ਧਰਮ ਹੋਣਾ ਚਾਹੀਦਾ ਹੈ, ਇੱਕ ਹੀ ਪੂਰੇ ਵਰਲਡ ਦੇ ਉੱਤੇ ਇੱਕ ਹੀ ਕਰੰਸੀ ਹੋਣੀ ਚਾਹੀਦੀ ਹੈ। ਇਹ ਸਾਰਾ ਕੁਛ ਤੁਹਾਨੂੰ ਪਤਾ ਚੱਲ ਰਿਹਾ ਹੈ ਨਾ। ਇਹ ਤਿਆਰੀ ਫੁੱਲ ਚੱਲ ਰਹੀ ਹੈ। ਇੱਕੋ ਹੀ ਰਾਜ ਪੂਰੇ ਵਰਲਡ ਦੇ ਉੱਤੇ ਹੋਣਾ ਚਾਹੀਦਾ ਹੈ। ਅਤੇ ਬਾਈਬਲ ਦੇ ਵਿੱਚ ਲਿਖੇ ਹੋਏ ਦੇ ਮੁਤਾਬਕ ਇਹ ਸਾਰੀ ਤਿਆਰੀ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ। ਉਹ ਮਸੀਹ ਦਾ ਵਿਰੋਧੀ ਹੋਏਗਾ, ਜਿਹੜਾ ਵੀ ਰਾਜਾ ਉਹ ਬਣੇਗਾ, ਜਿਹਦਾ ਸਾਰੀ ਧਰਤੀ ਦੇ ਉੱਤੇ, ਸਾਰੇ ਸੰਸਾਰ ਦੇ ਉੱਤੇ ਉਹਦਾ ਹੀ ਰਾਜ ਹੋਏਗਾ, ਇੱਕੋ ਹੀ ਰਾਜ। ਠੀਕ ਹੈ ਨਾ। ਅੱਜ ਇਸ ਤਰ੍ਹਾਂ ਹੁਣ ਹਨ ਨਾ, ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਵੱਖਰੇ ਵੱਖਰੇ ਮੁਲਕਾਂ ਦੇ ਵੱਖਰੇ ਵੱਖਰੇ ਰਾਜੇ ਹਨ, ਹੈ ਨਾ, ਵੱਖਰੇ ਵੱਖਰੇ ਪ੍ਰਾਈਮ ਮਿਨਿਸਟਰ ਹਨ, ਪ੍ਰੈਜ਼ੀਡੈਂਟ ਹਨ। ਇਸ ਤਰ੍ਹਾਂ ਨਹੀਂ ਹੋਏਗਾ, ਫਿਰ ਇੱਕੋ ਹੀ ਹੋਏਗਾ ਸਾਰੇ ਸੰਸਾਰ ਦਾ ਪ੍ਰੈਜ਼ੀਡੈਂਟ, ਅਤੇ ਉਹੋ ਹੀ ਸਾਰੇ ਸੰਸਾਰ ਦੇ ਉੱਤੇ, ਸਾਰੀ ਦੁਨੀਆ ਉੱਤੇ ਰਾਜ ਕਰੇਗਾ। ਇਹ ਬਾਈਬਲ ਦੀ ਭਵਿੱਖਬਾਣੀ ਹੈ ਔਰ ਇਹਦੀ ਤਿਆਰੀ ਸਾਡੀਆਂ ਅੱਖਾਂ ਦੇ ਸਾਹਮਣੇ ਹੁਣ ਹੋ ਰਹੀ ਹੈ। ਬਾਈਬਲ ਦੱਸਦੀ ਹੈ ਉਹ ਕਦੋਂ ਪ੍ਰਗਟ ਹੋਏਗਾ, ਉਹ ਕਦੋਂ ਉੱਠੇਗਾ। ਬਾਈਬਲ ਵਿੱਚ ਇੱਕ ਭਵਿੱਖਬਾਣੀ ਹੈ ਕਿ ਇਸਰਾਏਲ ਉੱਤੇ ਇੱਕ ਹਮਲਾ ਹੋਏਗਾ। ਇਸਰਾਏਲ ਉੱਤੇ ਇੱਕ ਹਮਲਾ ਹੋਏਗਾ। ਉਹ ਹਮਲਾ ਰਸ਼ੀਆ ਕਰੇਗਾ, ਅਤੇ ਰਸ਼ੀਆ ਦੇ ਨਾਲ ਕਈ ਹੋਰ ਵੀ ਮੁਲਕ ਹੋਣਗੇ। ਕਈ ਹੋਰ ਮੁਲਕਾਂ ਦੇ ਨਾਲ ਮਿਲ ਕੇ ਰਸ਼ੀਆ ਇਸਰਾਏਲ ਦੇ ਉੱਤੇ ਹਮਲਾ ਕਰੇਗਾ। ਅਤੇ ਭਵਿੱਖਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਫਿਰ ਇਸਰਾਏਲ ਦੀ ਮਦਦ ਪਰਮੇਸ਼ਰ ਕਰੇਗਾ, ਅਤੇ ਇਸ ਲਈ ਰਸ਼ੀਆ ਦਾ ਅਤੇ ਬਾਕੀ ਜਿਹੜੇ ਨਾਲ ਦੇ ਉਹਦੇ ਮੁਲਕ ਹੋਣਗੇ, ਜਿਹੜੇ ਉਹਦੇ ਨਾਲ ਮਿਲ ਕੇ ਇਸਰਾਏਲ 'ਤੇ ਹਮਲਾ ਕਰਨਗੇ, ਉਹਨਾਂ ਦਾ ਨੁਕਸਾਨ ਹੋਏਗਾ, ਸਭ ਕੁਛ ਨਸ਼ਟ ਹੋ ਜਾਏਗਾ। ਉਹਨਾਂ ਦੇ ਪਲੇਨ, ਉਹਨਾਂ ਦੇ ਜਹਾਜ਼, ਉਹਨਾਂ ਦੀਆਂ ਪਣਡੁੱਬੀਆਂ, ਉਹਨਾਂ ਦੇ ਫੌਜੀ ਸਾਰੇ ਨਸ਼ਟ ਹੋ ਜਾਣਗੇ। ਅਤੇ ਉਸ ਸਮੇਂ ਫਿਰ ਜਿਹੜਾ ਮਸੀਹ ਵਿਰੋਧੀ ਆ ਨਾ, ਜਿਹਨੇ ਸਾਰੀ ਧਰਤੀ ਉੱਤੇ ਰਾਜ ਕਰਨਾ, ਜਿਹੜਾ ਫਿਰ ਇੱਕੋ ਹੀ ਰਾਜਾ ਹੋਣਾ ਸਾਰੇ ਸੰਸਾਰ ਦਾ, ਉੱਠਣਾ ਆ, ਉਹ ਮਸੀਹ ਦਾ ਵਿਰੋਧੀ ਹੋਣਾ ਆ। ਉਹਨੇ ਯਿਸੂ ਮਸੀਹ ਦੇ ਵਿਰੁੱਧ ਉਹਦਾ ਉਹ ਹੋਣਾ, ਉਹ ਬੰਦਾ ਯਿਸੂ ਮਸੀਹ ਦਾ ਕੱਟੜ ਦੁਸ਼ਮਣ ਹੋਣਾ ਉਹ, ਹੈ ਨਾ, ਜਿਹਨੇ ਉਹ ਜਿਹੜਾ ਉੱਠਣਾ ਆ। ਅਤੇ ਉਹਨੇ ਜਦੋਂ ਇਸਰਾਏਲ ਦੇ ਉੱਤੇ ਹਮਲੇ ਤੋਂ ਬਾਅਦ ਰਸ਼ੀਆ ਦੀਆਂ ਫੌਜਾਂ ਅਤੇ ਦੂਸਰੇ ਮੁਲਕਾਂ ਦੀਆਂ ਫੌਜਾਂ ਜਿਹੜੀਆਂ ਉਹਦੇ ਨਾਲ ਦੇ ਮੁਲਕ ਹੋਣੇ, ਸਭ ਨਸ਼ਟ ਹੋ ਜਾਣਾ। ਅਤੇ ਉਹਨੇ ਫਿਰ ਸ਼ਾਂਤੀ ਕਰਦੇ ਨੇ ਪ੍ਰਗਟ ਹੋਣਾ ਆ, ਸ਼ਾਂਤੀ ਕਰਦੇ ਨੇ ਪ੍ਰਗਟ ਹੋਣਾ ਆ। ਅਤੇ ਇਸਰਾਏਲ ਕੌਮ ਦੇ ਨਾਲ 7 ਸਾਲ ਦਾ ਉਹਨੇ ਫਿਰ ਐਗਰੀਮੈਂਟ ਕਰਨਾ ਆ, ਸ਼ਾਂਤੀ ਦਾ ਅਤੇ ਆਨੰਦ ਦਾ। ਠੀਕ ਹੈ ਨਾ। ਲੇਕਿਨ 3.5 ਸਾਲ ਬਾਅਦ ਉਹਨੇ ਆਪਣਾ ਜਿਹੜਾ ਉਹ ਐਗਰੀਮੈਂਟ ਆ, ਜਿਹੜਾ ਮੁਆਹਦਾ ਆ, ਉਹ ਤੋੜ ਦੇਣਾ ਆ। 3.5 ਸਾਲ ਤੋਂ ਉਹਨੇ ਸ਼ਾਂਤੀ ਅਮਨ ਰੱਖਣਾ ਆ ਕਾਇਮ, ਲੇਕਿਨ 3.5 ਸਾਲ ਬਾਅਦ ਫਿਰ ਉਹਨੇ ਉਹ ਜਿਹੜਾ ਐਗਰੀਮੈਂਟ ਆ ਆਪਣਾ ਕੀਤਾ ਹੋਇਆ ਇਸਰਾਏਲ ਦੇ ਨਾਲ, ਉਹਨੇ ਤੋੜ ਦੇਣਾ ਆ। ਅਤੇ ਜਿਹੜੀ ਫਿਰ ਉਹ ਜਿਹੜਾ 3.5 ਸਾਲ ਆ, 3.5 ਸਾਲ ਫਿਰ ਉਹਨੇ ਕ੍ਰਿਸਚਨ ਲੋਕਾਂ ਦੇ ਉੱਤੇ, ਮਸੀਹੀ ਲੋਕਾਂ ਦੇ ਉੱਤੇ ਬਹੁਤ ਜ਼ੁਲਮ ਕਰਨਾ, ਬਹੁਤ ਜ਼ੁਲਮ ਕਰਨਾ।
ਮਸੀਹੀ ਲੋਕ ਬਹੁਤ ਮਾਰੇ ਜਾਣਗੇ, ਬਹੁਤ ਵੱਢੇ ਜਾਣਗੇ, ਬਹੁਤ ਸਤਾਏ ਜਾਣਗੇ। ਕਿਉਂਕਿ ਇਹ ਬਾਈਬਲ ਦੇ ਵਿੱਚ ਇੱਕ ਭਵਿੱਖਬਾਣੀ ਹੈ ਕਿ ਉਹ ਇੱਕ ਨਾ ਚਿੱਪ ਤਿਆਰ ਕਰੇਗਾ। ਉਸ ਚਿੱਪ ਦਾ ਨੰਬਰ 666 ਦੱਸਿਆ ਹੈ। ਬਾਈਬਲ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਉਹ ਚਿੱਪ ਜਿਹੜੀ ਹੈ, ਉਸ ਚਿੱਪ ਦਾ ਨੰਬਰ 666 ਹੈ। ਅਤੇ ਪਿਆਰਿਓ, ਤੁਹਾਨੂੰ ਪਤਾ ਹੋਏਗਾ ਕਿ ਉਹ ਚਿੱਪ ਜਿਹੜੀ ਹੈ ਬਣ ਕੇ ਤਿਆਰ ਹੋ ਚੁੱਕੀ ਹੈ। ਬਹੁਤ ਸਾਰੀਆਂ ਕੰਪਨੀਆਂ ਉਹਨੂੰ ਢੇਰਾਂ ਦੇ ਢੇਰ ਬਣਾਈ ਜਾ ਰਹੀਆਂ ਹਨ, ਅਤੇ ਬਹੁਤ ਮੁਲਕਾਂ ਦੇ ਵਿੱਚ ਉਹ ਚਿੱਪ ਜਿਹੜੀ ਹੈ ਇਨਸਾਨ ਆਪਣੇ ਸੱਜੇ ਹੱਥ ਦੇ ਉੱਤੇ ਲਵਾ ਵੀ ਰਹੇ ਹਨ, ਅਤੇ ਕੋਈ ਮੱਥੇ 'ਤੇ ਲਵਾ ਰਿਹਾ ਹੈ। ਇਹ ਅੱਜ ਸਿਲਸਿਲਾ ਜਿਹੜਾ ਸ਼ੁਰੂ ਹੋ ਚੁੱਕਿਆ, ਭਵਿੱਖਬਾਣੀ ਦੇ ਮੁਤਾਬਕ ਇਹ ਸ਼ੁਰੂ ਹੋ ਚੁੱਕਾ ਆ, ਹੈ ਨਾ। ਪਰ ਇਹ ਹਾਲੇ ਕੰਪਲਸਰੀ ਨਹੀਂ ਹੈ। ਜਿਹੜਾ ਬੰਦਾ ਚਾਹੁੰਦਾ ਆ ਉਹ ਲਵਾਉਂਦਾ ਆ, ਹੈ ਨਾ। ਜਿਹਦੀ ਮਰਜ਼ੀ ਆ ਉਹ ਚਿੱਪ ਜਿਹੜੀ ਉਹ ਲਵਾਉਂਦਾ ਆ, ਕਿ ਉਹ ਚਿੱਪ ਦੇ ਨਾਲ ਹੀ ਬੰਦਾ ਸਟੋਰਾਂ ਦੇ ਵਿੱਚੋਂ ਸਮਾਨ ਖਰੀਦ ਸਕਦਾ ਆ। ਉਹ ਚਿੱਪ ਦੇ ਨਾਲ ਹੀ ਤੁਹਾਡਾ ਅਕਾਊਂਟ ਦੇ ਵਿੱਚ ਜੋ ਵੀ ਹੈ ਉਹ ਆਪਣਾ ਅਕਾਊਂਟ ਦਾ ਹਿਸਾਬ ਕਿਤਾਬ ਸਾਰਾ ਉਹਦਾ ਦੇਖਿਆ ਜਾ ਸਕਦਾ ਆ। ਉਹਦੀ ਆਇਡੈਂਟੀ, ਠੀਕ ਹੈ ਨਾ, ਉਹਦਾ ਡੋਮੀਸਾਈਲ ਸਭ ਕੁਛ ਉਹਦੇ ਵਿੱਚ ਹੀ ਆ। ਸਾਰਾ ਕੁਛ ਬੰਦੇ ਦਾ ਉਸ ਚਿੱਪ ਦੇ ਵਿੱਚ ਆ, ਹੈ ਨਾ। ਅਤੇ ਚਿੱਪ ਦੇ ਨਾਲ ਹੀ ਆਪਣੀ ਗੱਡੀ ਦਾ ਦਰਵਾਜ਼ਾ ਖੋਲ੍ਹ ਸਕਦਾ, ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਸਕਦਾ। ਇਹ ਅਮਰੀਕਾ ਵਿੱਚ, ਕਨੇਡਾ ਵਿੱਚ, ਹੋਰ ਕਈ ਮੁਲਕਾਂ ਦੇ ਵਿੱਚ, ਮੈਕਸੀਕੋ ਦੇ ਵਿੱਚ ਇਹ ਜਿਹੜਾ ਆ ਇਹ ਚਿੱਪ ਚੱਲ ਪਈ ਆ। ਬਹੁਤ ਲੋਕਾਂ ਨੇ ਲਵਾ ਲਈ ਹੋਈ ਆ ਆਪਣੇ ਹੱਥਾਂ ਦੇ ਉੱਤੇ ਜਾਂ ਮੱਥੇ ਦੇ ਉੱਤੇ, ਹੈ ਨਾ। ਪਰ ਹਾਲੇ ਕੰਪਲਸਰੀ ਨਹੀਂ ਹੈ। ਅਤੇ ਭਵਿੱਖਬਾਣੀ ਦੱਸਦੀ ਹੈ ਕਿ ਉਹ ਜਿਹੜਾ ਮਸੀਹ ਦਾ ਵਿਰੋਧੀ ਉੱਠਣਾ ਹੈ ਨਾ, ਜਿਹੜਾ ਜਿਹਨੇ ਰਾਜ ਕਰਨਾ ਸਾਰੇ ਸੰਸਾਰ 'ਤੇ, ਉਹਨੇ 3.5 ਸਾਲ ਬਾਅਦ ਜਦੋਂ ਉਹਨੇ ਆਪਣਾ ਐਗਰੀਮੈਂਟ ਤੋੜਨਾ, ਅਤੇ ਫਿਰ ਉਹਨੇ ਇਹ ਜਿਹੜੀ ਚਿੱਪ ਆ ਇਹ ਕੰਪਲਸਰੀ ਕਰ ਦੇਣੀ ਹਰ ਇੱਕ ਇਨਸਾਨ ਦੇ ਲਈ, ਹਰ ਇੱਕ ਇਨਸਾਨ ਲਈ ਜ਼ਰੂਰੀ ਕਰ ਦੇਣੀ ਹੈ ਕਿ ਹਰ ਇੱਕ ਇਨਸਾਨ ਇਹ ਲਵਾਵੇ। ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਬਿਲ ਗੇਟਸ ਜਿਹੜਾ ਆ ਉਹਨੇ ਹੁਣ ਕਰੋਨਾ ਦੇ ਸਮੇਂ ਵਿੱਚ ਇਹ ਡਿਮਾਂਡ ਕੀਤੀ ਸੀਗੀ ਕਿ ਇਹ ਜਿਹੜੀ ਚਿੱਪ ਆ ਹੁਣੇ ਹੀ, ਉਹ ਕਹਿੰਦਾ ਵੀ ਸਾਰਿਆਂ 'ਤੇ ਲਾਗੂ ਕੀਤੀ ਜਾਵੇ, ਹੁਣੇ ਹੀ ਇਹਨੂੰ ਕੰਪਲਸਰੀ ਕੀਤਾ ਜਾਵੇ, ਐਸੇ ਸਮੇਂ ਕੰਪਲਸਰੀ ਕੀਤਾ ਜਾਵੇ। ਪਰ ਜਿਹੜੀ ਭਵਿੱਖਬਾਣੀ ਆ ਜੋ ਬਾਈਬਲ ਦੇ ਵਿੱਚ ਲਿਖਿਆ ਹੋਇਆ ਹੈ ਉਹਦੇ ਮੁਤਾਬਕ ਇਹ ਹਾਲੇ ਨਹੀਂ ਹੋ ਸਕਦਾ। ਬੇਸ਼ੱਕ ਹਾਲੇ ਇਨਸਾਨ ਗੱਲਾਂ ਕਰ ਰਹੇ ਹਨ ਕੰਪਲਸਰੀ ਕਰ ਦਈਏ, ਪਰ ਬਾਈਬਲ ਦੇ ਵਿੱਚ ਸਮਾਂ ਪਰਮੇਸ਼ਰ ਨੇ ਠਹਿਰਾਇਆ ਹੋਇਆ ਹੈ। ਹਰ ਕੰਮ ਦਾ ਸਮਾਂ ਹੈ ਠਹਿਰਾਇਆ। ਇਹ ਠਹਿਰਾਏ ਹੋਏ ਸਮੇਂ ਇਹ ਕੰਪਲਸਰੀ ਹੋਏਗੀ। ਉਹ ਜਦੋਂ ਫਿਰ ਉਹ ਮਸੀਹ ਦਾ ਵਿਰੋਧੀ ਜਿਹੜਾ ਹੋਣਾ ਰਾਜਾ, ਉਹਨੇ 3.5 ਸਾਲ ਬਾਅਦ ਇਹ ਕੰਪਲਸਰੀ ਕਰ ਦੇਣੀ ਆ ਚਿੱਪ, ਹੈ ਨਾ। ਅਤੇ ਜਦੋਂ ਕੰਪਲਸਰੀ ਕਰ ਦੇਣੀ ਆ ਅਤੇ ਮਸੀਹੀ ਲੋਕਾਂ ਨੇ ਇਹ ਚਿੱਪ ਨਹੀਂ ਲਵਾਉਣੀ। ਹਾਂ, ਅਤੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ ਭਵਿੱਖਬਾਣੀ ਪ੍ਰਕਾਸ਼ ਦੀ ਪੋਥੀ, ਬਾਈਬਲ ਦੀ ਕਿਤਾਬ ਆ ਪ੍ਰਕਾਸ਼ ਦੀ ਪੋਥੀ, ਉਹਦਾ 13 ਅਧਿਆਏ ਆ, ਅਤੇ 16 ਤੋਂ 18 ਜਦੋਂ ਅਸੀਂ ਪੜ੍ਹਦੇ ਹਾਂ ਨਾ, ਅਤੇ ਉੱਥੇ ਇੱਦਾਂ ਲਿਖਿਆ ਹੈ, ਉਹ ਸਭਨਾਂ ਛੋਟਿਆਂ ਵੱਡਿਆਂ, ਧਨੀਆਂ ਗਰੀਬਾਂ, ਆਜ਼ਾਦਾਂ ਅਤੇ ਗੁਲਾਮਾਂ ਨੂੰ ਉਹਨਾਂ ਦੇ ਸੱਜੇ ਹੱਥ ਉੱਤੇ ਅਥਵਾ ਉਹਨਾਂ ਦੇ ਮੱਥੇ ਉੱਤੇ ਉਹ ਚਿੱਪ ਲਾ ਦਿੰਦਾ ਹੈ, ਠੀਕ ਹੈ। ਅਤੇ ਕਿਸੇ ਨੂੰ ਲੈਣ ਦੇਣ ਨਹੀਂ ਕਰਨ ਦਿੰਦਾ, ਪਰ ਨਿਰਾ ਉਹਨਾਂ ਨੂੰ ਜਿਹਦੇ ਹੱਥ ਦੇ ਉੱਤੇ ਉਹ ਚਿੱਪ ਹੈ, ਜਿਹਦੇ ਹੱਥ ਦੇ ਉੱਤੇ ਉਹ ਲੱਗੀ ਹੋਈ ਹੈ, ਜਾਂ ਜਿਹਦੇ ਮੱਥੇ ਉੱਤੇ ਉਹ ਲੱਗੀ ਹੋਈ ਹੈ। ਮਤਲਬ ਸਟੋਰਾਂ ਦੇ ਵਿੱਚੋਂ ਲੈਣ ਦੇਣ ਉਹੀ ਕਰ ਸਕਦੇ ਆ ਜਿਨ੍ਹਾਂ ਦੇ ਹੱਥ ਉੱਤੇ ਉਹ ਚਿੱਪ ਹੋਊਗੀ ਜਾਂ ਮੱਥੇ ਉੱਤੇ ਹੋਊਗੀ, ਹੈ ਨਾ। ਅੱਗੇ ਲਿਖਿਆ ਹੈ, ਇਹ ਗਿਆਨ ਦਾ ਮੌਕਾ ਹੈ, ਜਿਹਨੂੰ ਬੁੱਧ ਹੈ ਉਹ ਉਸ ਦਰਿੰਦੇ ਦਾ ਅੰਗ ਗਿਣ ਲਵੇ। ਉਹ ਮਨੁੱਖ ਦਾ ਅੰਗ ਹੈ ਅਤੇ ਉਹਦਾ ਅੰਗ 666 ਹੈ, 666 ਹੈ। ਦੇਖੋ ਜੀ, ਇੱਥੇ ਸਾਫ਼ ਲਿਖਿਆ ਹੈ ਬਾਈਬਲ ਦੇ ਵਿੱਚ। ਇਹ ਹਜ਼ਾਰਾਂ ਸਾਲ ਪਹਿਲਾਂ ਲਿਖੀ ਹੋਈ ਭਵਿੱਖਬਾਣੀ ਹੈ ਜੋ ਅੱਜ ਪੂਰੀ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮੁਕੰਮਲ ਤੌਰ 'ਤੇ ਪੂਰੀ ਹੋਏਗੀ। ਫਿਰ ਜਦੋਂ ਮਸੀਹੀ ਲੋਕਾਂ ਨੇ ਇਹ ਨਹੀਂ ਲਵਾਉਣੀ ਚਿੱਪ, ਮਸੀਹੀ ਲੋਕਾਂ ਨੇ ਨਹੀਂ ਲਵਾਉਣੀ, ਕਿਉਂਕਿ ਬਾਈਬਲ ਦੇ ਵਿੱਚ ਭਵਿੱਖਬਾਣੀ ਹੈ ਕਿ ਜਿਹੜੇ ਲੋਕ ਇਹ ਚਿੱਪ ਲਵਾਉਣਗੇ ਉਹ ਨਾਸ਼ ਕੀਤੇ ਜਾਣਗੇ, ਸਭ ਨਸ਼ਟ ਕੀਤੇ ਜਾਣਗੇ। ਉਹ ਉਸ ਮਸੀਹ ਵਿਰੋਧੀ ਦੇ ਨਾਲ, ਅਤੇ ਉਸ ਮਸੀਹ ਵਿਰੋਧੀ ਦੇ ਨਾਲ ਇੱਕ ਉਹ ਦੂਸਰਾ ਵੀ ਹੋਣਾ, ਇੱਕ ਨਬੀ ਵੀ ਹੋਣਾ ਆ। ਉਹ ਨਬੀ ਵੀ
ਤੇ ਮਸੀਹ ਵਿਰੋਧੀ ਵੀ ਤੇ ਚਿੱਪ ਲਵਾਉਣ ਵਾਲੇ ਸਾਰੇ ਲੋਕ ਵੀ ਨਾਸ਼ ਹੋ ਜਾਣਗੇ। ਤੇ ਮਸੀਹੀ ਲੋਕਾਂ ਨੇ ਇਹ ਨਹੀਂ ਲਵਾਉਣੀ। ਜਿਨ੍ਹਾਂ ਦੇ ਹੱਥਾਂ ਉੱਤੇ ਜਾਂ ਮੱਥੇ ਉੱਤੇ ਚਿੱਪ ਨਹੀਂ ਹੋਏਗੀ ਤੇ ਉਹ ਫਿਰ ਬਚਾਏ ਜਾਣਗੇ। ਤੇ ਇਸ ਕਰਕੇ ਮਸੀਹੀ ਲੋਕ ਜਿਹੜੇ ਉਹਨਾਂ ਨੇ ਨਹੀਂ ਲਵਾਉਣੀ। ਤੇ ਉਸ ਸਮੇਂ 3.5 ਸਾਲ ਮਸੀਹੀ ਲੋਕ ਬਹੁਤ ਵੱਢੇ ਜਾਣੇ ਆ, ਬਹੁਤ ਮਾਰੇ ਜਾਣੇ ਆ। ਬਹੁਤ ਜ਼ਿਆਦਾ ਮਸੀਹੀ ਲੋਕਾਂ ਦਾ ਵਡਾਂਗਾ ਹੋਣਾ ਆ, ਮਸੀਹੀ ਲੋਕਾਂ 'ਤੇ ਅਤਿਆਚਾਰ ਹੋਣਾ ਆ, ਸ਼ਰੇਆਮ ਮਸੀਹੀ ਲੋਕਾਂ ਨੂੰ ਵੱਢਿਆ ਜਾਣਾ ਆ, ਜੇਲ੍ਹਾਂ ਵਿੱਚ ਸੁੱਟਿਆ ਜਾਣਾ ਆ, ਫਿਰ ਜੇਲ੍ਹਾਂ ਵਿੱਚ ਵੀ ਮਾਰ ਦਿੱਤੇ ਜਾਣਾ ਆ, ਹੈ ਨਾ। ਇਹ ਬਹੁਤ ਆਉਣ ਵਾਲਾ ਮਸੀਹੀ ਲੋਕਾਂ ਦੇ ਉੱਤੇ, ਕ੍ਰਿਸਚਨ ਲੋਕਾਂ ਦੇ ਉੱਤੇ ਇਹ ਬਹੁਤ ਵੱਡਾ ਕਸ਼ਟ ਕਲੇਸ਼ ਆਉਣ ਵਾਲਾ ਹੈ ਮੇਰੇ ਪਿਆਰਿਓ। ਇਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀਗਾ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਮਸੀਹੀ ਲੋਕਾਂ ਦੇ ਉੱਤੇ ਬਹੁਤ ਹੀ ਕਸ਼ਟ ਦਾ ਸਮਾਂ, ਬਹੁਤ ਹੀ ਕਲੇਸ਼ ਦਾ ਸਮਾਂ, ਬਹੁਤ ਹੀ ਦੁੱਖ ਦਾ ਸਮਾਂ ਆਉਣ ਵਾਲਾ ਹੈ। ਲੇਕਿਨ ਬੇਸ਼ੱਕ ਮਸੀਹੀ ਲੋਕ ਵੱਢੇ ਜਾਣਗੇ, ਮਾਰੇ ਜਾਣਗੇ ਪ੍ਰਭੂ ਯਿਸੂ ਦੇ ਨਾਮ ਦਾ ਕਰਕੇ, ਉਹ ਫਿਰ ਵੀ ਜਿੰਦਾ ਰਹਿਣਗੇ, ਕਿਉਂਕਿ ਪ੍ਰਭੂ ਯਿਸੂ ਨੇ ਕਿਹਾ ਹੈ ਕਿਆਮਤ ਅਤੇ ਜ਼ਿੰਦਗੀ ਮੈਂ ਹਾਂ। ਜਿਹੜਾ ਮੇਰੇ ਉੱਤੇ ਨਿਚਰ ਰੱਖਦਾ ਹੈ, ਮੇਰੇ ਉੱਤੇ ਵਿਸ਼ਵਾਸ ਰੱਖਦਾ ਹੈ, ਉਹ ਭਾਵੇਂ ਮਰ ਵੀ ਜਾਵੇ ਤਾਂ ਵੀ ਜਿੰਦਾ ਰਹੇਗਾ। ਪ੍ਰਭੂ ਯਿਸੂ ਨੇ ਕਿਹਾ ਉਹ ਮਰ ਵੀ ਜਾਵੇ ਤਾਂ ਵੀ ਜਿਉਂਦਾ ਰਹੇਗਾ, ਅਬਦ ਤੱਕ ਜਿਉਂਦਾ ਰਹੇਗਾ, ਹਮੇਸ਼ਾ ਤੱਕ ਜਿਉਂਦਾ ਰਹੇਗਾ। ਆਮੀਨ ਆਮੀਨ।